तो एक साल दे विच अमन अरोड़ा अपने महकमे नूं किस तरीके नाल जज कर पाए है, किस तरीके नाल देख पाए है और किस तरीके दीयां चुनौतियां फेस कीतियां? देखो इस तरह हुंदा है विजय जी कि मसले मुद्दे उही हुंदे ने, सिर्फ तुहाडी जदों ਜ਼ਿੰਮੇਵਾਰੀ बदल जाती है तुहाडा नज़रिया जे सेम है तो फिर मैं समझदा हाँ कि मसला कोई भी ਇਹੋ ਜਿਹਾ ਨਹੀਂ ਜਿਹੜਾ ਹੱਲ नहीं हो सकता हैगा। ठीक है। ਪਿਛਲੇ 5 ਸਾਲਾਂ ਦੇ ਵਿੱਚ ਐਜ਼ ਪ੍ਰਿੰਸੀਪਲ ਆਪੋਜੀਸ਼ਨ ਪਾਰਟੀ ਮੁੱਦੇ ਅਸੀਂ ਚੱਕੇ ਵੀ ਬਹੁਤ ਆ ਤੇ ਅੱਜ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਸਾਨੂੰ ਹੱਲ ਕਰਨ ਦਾ ਮੌਕਾ ਦਿੱਤਾ ਹੈ ਔਰ ਮੈਂ ਸਮਝਦਾ ਕਿ ਵੱਡੇ ਪੱਧਰ ਦੇ ਉੱਪਰ ਅਸੀਂ ਲੋਕ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਅਸੀਂ ਉਹਨਾਂ ਨੂੰ ਹੱਲ ਕਰਨ ਦੇ ਵਿੱਚ ਸਫਲ ਹੋ ਵੀ ਰਹੇ ਹਾਂ ਤੇ ਪਰ ਇਹ ਜੇ ਕਰਨ ਵਾਲਾ ਹੋਰ ਵੀ ਬਹੁਤ ਪਿਆ ਹੈ। ਜੇ ਮੈਂ ਆਪਣੇ ਮਹਿਕਮੇ ਦੀ ਗੱਲ ਕਰਾਂ ਤੇ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਦੀ ਗੱਲ ਕਰ ਲਈਏ ਜਾਂ ਰੀਨਿਊਏਬਲ એનર્ਜੀ ਦੀ ਗੱਲ ਕਰ ਲਈਏ, ਹਾਊਸਿੰਗ ਦੀ ਜਦੋਂ ਗੱਲ ਕਰਦੇ ਹਾਂ ਤੇ ਹਾਊਸਿੰਗ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਪਲੈਨਡ ਡਿਵੈਲਪਮੈਂਟ ਦੇਣਾ ਹੈ ਪੂਰੇ ਪੰਜਾਬ ਦੇ ਵਿੱਚ। ਪਰ ਅਨਫੋਰਚੂਨੇਟਲੀ ਪਿਛਲੇ ਸਮਿਆਂ ਦੇ ਵਿੱਚ ਸਿਰਫ ਵੱਡੇ ਸ਼ਹਿਰਾਂ ਤੱਕ ਹੀ, ਖਾਸ ਤੌਰ 'ਤੇ ਮੋਹਾਲੀ ਜਾਂ ਥੋੜ੍ਹਾ ਲੁਧਿਆਣਾ ਜਾਂ ਜਲੰਧਰ ਇਹਨਾਂ ਤੱਕ ਹੀ ਇਹ ਮਹਿਕਮਾ ਸੀਮਿਤ ਹੋ ਕੇ ਰਹਿ ਗਿਆ ਸੀਗਾ ਔਰ ਲੋਕਾਂ ਦੇ ਵਿੱਚ ਲੋਕਾਂ ਨੂੰ ਪ੍ਰਮੋਟ ਨਹੀਂ ਕੀਤਾ ਗਿਆ ਹੈਗਾ। ਇਨਫੈਕਟ ਇਲੀਗਲ ਕਾਲੋਨੀਆਂ 14,000 ਬਣਨ ਦਾ ਕਾਰਨ ਵੀ ਇਹੀ ਹੋਇਆ ਕਿ ਪੋਲੀਟੀਕਲ ਲੋਕਾਂ ਦੇ ਆਪਦੇ ਇੰਟਰਸਟ ਸੀ ਜਿਹੜੇ ਉਹ ਇਸ ਰੀਅਲ ਏਸਟੇਟ ਬਿਜ਼ਨਸ ਦੇ ਵਿੱਚ ਬਣੇ ਹੋਏ ਸੀਗੇ। ਅਸੀਂ ਆਉਣ ਸਾਰ ਪਹਿਲੇ ਦਿਨ ਹੀ ਕੰਮ ਇਹ ਸ਼ੁਰੂ ਕੀਤਾ ਕਿ ਆਮ ਲੋਕਾਂ ਨੂੰ ਫੈਸਿਲੀਟੇਟ ਕਰਨ ਦੇ ਨਾਲ ਨਾਲ ਪੂਡਾ ਛੋਟੇ ਸ਼ਹਿਰਾਂ ਦੇ ਵਿੱਚ ਟੀਅਰ 2 ਟੀਅਰ 3 ਸਿਟੀ, ਤੁਹਾਡਾ ਮਲੋਟ ਹੋ ਗਿਆ, ਸਾਡਾ ਸੁਨਾਮ ਹੋ ਗਿਆ ਜਾਂ ਫਗਵਾੜਾ ਹੋ ਗਿਆ, ਇਹਨਾਂ ਸ਼ਹਿਰਾਂ ਦੇ ਵਿੱਚ ਵੀ ਜਾਈਏ ਕਲੋਨੀਆਂ ਪੂਡਾ ਆਪ ਕੱਟੇ ਤੇ ਉਹ ਵੱਡੇ ਪੱਧਰ ਦੇ ਉੱਪਰ ਕੰਮ ਹੈ ਜਿਹੜਾ ਉਹ ਚੱਲ ਰਿਹਾ, ਇਨ ਪ੍ਰੋਸੈਸ ਹੈ, ਅੰਡਰ ਪਾਈਪਲਾਈਨ ਹੈ। ਇਹਦੇ ਨਾਲ ਫੈਸਿਲੀਟੇਟ ਕਿਉਂਕਿ ਸਰਕਾਰ ਇਹ ਬਿਜ਼ਨਸ ਇਹੋ ਜਿਹਾ ਇਹ ਕੰਮ ਇਹੋ ਜਿਹਾ ਹੈ ਕਿ ਇਹਦੇ 'ਚ ਸਰਕਾਰ ਤੇ ਪ੍ਰਾਈਵੇਟ ਲੋਕ ਇਹ ਇੱਕ ਦੂਜੇ ਨੂੰ ਕੰਪਲੀਮੈਂਟ ਕਰਦੇ ਨੇ ਔਰ ਲੋਕਾਂ ਨੂੰ ਫੈਸਿਲੀਟੇਟ ਕਰਨਾ ਵੀ ਉਹਨਾਂ ਜ਼ਰੂਰੀ ਹੈ। ਉਸ ਦੇ ਵਿੱਚ ਅਸੀਂ ਸਾਰੀਆਂ ਜਿਹੜੀਆਂ ਪਾਵਰਸ ਨੇ, ਚਾਹੇ CLU ਹੈ ਚਾਹੇ ਕੋਈ ਪਰਮਿਸ਼ਨਾਂ ਨੇ, ਸਾਰੀਆਂ ਡੈਲੀਗੇਟ ਕਰ ਦਿੱਤੀ। ਅੱਗੇ ਜੇ CLU ਹੋਣਾ ਸੀਗਾ ਮਿਨਿਸਟਰ ਤੱਕ ਫਾਈਲਾਂ ਆਉਂਦੀਆਂ ਸੀਗੀਆਂ, ਉਹ ਅਸੀਂ ਸਾਰਾ ਡੈਲੀਗੇਟ ਕਰ ਦਿੱਤਾ। ਲੋਕਲ CA ਲੈਵਲ ਤੱਕ ਪਾਵਰਸ ਜਿਹੜੀਆਂ ਉਹ ਸਾਰੀਆਂ ਦੇ ਦਿੱਤੀਆਂ ਔਰ ਅਫੋਰਡੇਬਲ ਹਾਊਸਿੰਗ ਪਾਲਿਸੀ ਇੱਕ ਲਿਆਂਦੀ ਹੈ ਜਿਹਦੇ ਵਿੱਚ ਸਾਰੇ ਪੰਜਾਬ ਦੇ ਵਿੱਚ 50% ਰੇਟ ਨੇ ਜਿਹੜੇ ਉਹ ਕਰ ਦਿੱਤੇ ਫੀਸਾਂ ਦੇ CLUs ਦੇ, ਸਾਰੀਆਂ ਪਾਵਰਸ ਡੈਲੀਗੇਟ ਕਰਤੀਆਂ। ਉਹਨਾਂ ਨੂੰ ਏਰੀਆ ਵਧਾਉਣ ਦੀ ਮੰਗ ਸੀਗੀ, ਸੇਲੇਬਲ ਏਰੀਆ ਵਧਾਓ, ਉਹ ਕਰ ਦਿੱਤਾ, ਇਹ ਨੋਟੀਫਾਈ ਹੋ ਚੁੱਕਿਆ। ਠੀਕ ਹੈ। ਔਰ ਸਭ ਤੋਂ ਇੱਕ ਵੱਡੀ ਜਿਹੜੀ ਗੱਲ ਮੈਂ ਤੁਹਾਡੇ ਜ਼ਰੀਏ ਅੱਜ ਪੰਜਾਬ ਦੇ ਲੋਕਾਂ ਨੂੰ ਦੇਣੀ ਚਾਹੁੰਦਾ ਕਿ ਅਸੀਂ ਇੱਕ ਹੋਰ ਪਾਲਿਸੀ ਹੈ ਜਿਹੜੀ ਉਹ ਅਪਰੂਵ ਕਰ ਚੁੱਕੇ ਹਾਂ, ਥੋੜ੍ਹੇ ਦਿਨਾਂ ਦੇ ਵਿੱਚ ਹੀ ਨੋਟੀਫਾਈ ਹੋ ਜਾਏਗੀ, ਜਿਸ ਦੇ ਵਿੱਚ ਅੱਗੇ ਪ੍ਰੋਸੈਸ ਕੀ ਸੀਗਾ ਕਿ ਪਹਿਲਾਂ ਤੁਸੀਂ ਕੋਈ ਕਲੋਨੀ ਕੱਟਣੀ ਹੈ, ਕੋਈ ਡਿਵੈਲਪਮੈਂਟ ਕਰਨੀ ਹੈ, ਪਹਿਲਾਂ ਤੁਸੀਂ CLU ਲਓ, 8-10 ਮਹੀਨੇ ਸਾਲ ਉਸ 'ਚ ਲੱਗ ਜਾਂਦਾ ਸੀਗਾ, ਫਿਰ ਲੇਆਊਟ ਪਲਾਨ ਅਪਰੂਵ ਕਰਾਓ, ਫਿਰ ਬਿਲਡਿੰਗ ਪਲਾਨ ਅਪਰੂਵ ਕਰਾਓ, ਫਿਰ ਲਾਇਸੈਂਸ ਟੂ ਕਲੋਨੀ। ਇਹਨਾਂ ਪ੍ਰੋਸੈਸਾਂ ਦੇ ਵਿੱਚ ਹੀ, ਮਨਜ਼ੂਰੀਆਂ ਦੇ ਵਿੱਚ ਹੀ 1.5-2 ਸਾਲ ਬੰਦੇ ਦੇ ਲੱਗ ਜਾਂਦੇ ਸੀ, ਖੱਜਲ ਖੁਆਰੀ ਹੁੰਦੀ ਸੀ ਔਰ ਪੈਸੇ ਦੀ ਬਰਬਾਦੀ ਯਾਨੀ ਕਿ ਕਰਪਸ਼ਨ ਬਹੁਤ ਹੁੰਦੀ ਸੀਗੀ। ਅਸੀਂ ਹੁਣ ਇਹ ਪਾਲਿਸੀ 2-4 ਦਿਨਾਂ ਦੇ ਵਿੱਚ ਹੀ ਨੋਟੀਫਾਈ ਹੋ ਜਾਏਗੀ, ਜਿਸ ਦੇ ਵਿੱਚ ਐਪਲੀਕੈਂਟ ਸਾਨੂੰ ਇੱਕ ਸਿੰਗਲ ਐਪਲੀਕੇਸ਼ਨ ਦੇਵੇ ਤੇ ਜਿਹੜੇ ਬਾਕੀ 8 ਮਹਿਕਮੇ ਵੀ ਨੇ, ਚਾਹੇ ਉਹ PWD ਦਾ, ਚਾਹੇ ਉਹ ਬਿਜਲੀ ਬੋਰਡ ਦਾ, ਚਾਹੇ ਤੁਹਾਡਾ ਫੋਰੈਸਟ ਦਾ, ਅਸੀਂ ਉਹਨਾਂ ਸਾਰੇ ਮਹਿਕਮਿਆਂ ਤੋਂ ਉਹਨਾਂ ਨੂੰ ਪਰਮਿਸ਼ਨਾਂ NOC ਦਾ ਜਿਹੜਾ ਅਸੀਂ ਸਾਡਾ ਮਹਿਕਮਾ ਖੁਦ ਆਪ ਲੈ ਕੇ ਦਊਗਾ ਤੇ ਸਿੰਗਲ ਵਿੰਡੋ ਐਕਚੁਅਲ ਦੇ ਵਿੱਚ ਸਹੀ ਮਾਇਨੇ ਸਿੰਗਲ ਵਿੰਡੋ 1.5 ਤੋਂ 2 ਮਹੀਨੇ ਅਸੀਂ ਮੈਕਸਿਮਮ ਟਾਈਮ ਲਿਮਿਟ ਰੱਖੀ ਹੈ ਕਿ ਤੁਸੀਂ ਸਾਰੇ ਚਾਹੇ CLU, ਚਾਹੇ ਲੇਆਊਟ ਪਲਾਨ, ਚਾਹੇ ਬਿਲਡਿੰਗ ਪਲਾਨ, ਇਹ ਸਾਰੇ ਸਾਨੂੰ ਡਾਕੂਮੈਂਟ ਇੱਕ ਵਾਰੀ ਦੇ ਦਿਓ। 2 ਮਹੀਨਿਆਂ ਦੇ ਵਿੱਚ ਅਸੀਂ ਉਸ ਵਿਅਕਤੀ ਨੂੰ ਸਾਰੀਆਂ ਪਰਮਿਸ਼ਨਾਂ ਕਰਕੇ ਉਹਨਾਂ ਦੇ ਘਰੇ ਪਹੁੰਚਦੀਆਂ ਕਰ ਦਾਂਗੇ। ਇਹਦੇ ਨਾਲ ਕੰਮ ਸੌਖਾ ਹੋ ਜਾਏਗਾ, ਸਟ੍ਰੀਮਲਾਈਨ ਹੋ ਜਾਏਗਾ, ਅਕਾਊਂਟੇਬਲ ਹੋ ਜਾਏਗਾ। ਲੋਕ ਜਿਹੜੇ ਮਜਬੂਰੀ ਬਸ ਇਲੀਗਲ ਕਲੋਨੀਆਂ ਦੇ ਕੰਮ 'ਚ ਪੈਂਦੇ ਨੇ, ਅਨਆਥੋਰਾਈਜ਼ਡ ਕਲੋਨੀ ਦੇ ਕੰਮ 'ਚ ਪੈਂਦੇ ਨੇ, ਉਹ ਉਸ ਪਾਸੇ ਰੁਝਾਨ ਖਤਮ ਹੋ ਜਾਊਗਾ। ਸਿੰਪਲੀਫਾਈ ਅਸੀਂ ਇੰਨਾ ਕੁ ਕਰਤਾ ਕਿ ਲੋਕਾਂ ਨੂੰ ਉਸ ਪਾਸੇ ਜਾਣ ਦੀ ਲੋੜ ਨਹੀਂ ਹੈ। ਕਿ ਮੈਂ ਸਮਝਦਾ ਕਿ ਇਹ CLU ਖਤਮ ਕਰਨਾ ਸਾਰੇ ਮੁਲਕ ਦੇ ਵਿੱਚ ਪਹਿਲੀ ਸਟੇਟ ਬਣ ਜਾਣਾ ਪੰਜਾਬ, ਕਿਉਂਕਿ ਇੰਨਾ ਸਿੰਪਲੀਫਾਈਡ ਪ੍ਰੋਸੈਸ ਹੈ ਜਿਹੜਾ ਉਹ ਕਿਸੇ ਸਟੇਟ ਦੇ ਵਿੱਚ ਨਹੀਂ ਹੋਣਾ ਹੈਗਾ। ਕਿਉਂਕਿ ਇਹਦੇ ਨਾਲ ਕੰਟਰੀਬਿਊਸ਼ਨ ਵੀ ਵਧੇਗਾ। ਜਿਵੇਂ ਰੀਅਲ ਏਸਟੇਟ ਇੱਕ ਵੱਡਾ ਸੈਕਸ਼ਨ ਹੈ ਜਿਹੜਾ ਕੰਟਰੀਬਿਊਟ ਕਰਦਾ ਹੈ ਭਾਵੇਂ ਡਿਵੈਲਪਮੈਂਟ ਦੇ ਵਿੱਚ, ਭਾਵੇਂ ਰੈਵਨਿਊ ਦੇ ਵਿੱਚ। ਤਾਂ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਲੀਗਲ ਕਾਲੋਨੀਜ਼ ਦੇ ਰਸਤੇ ਅਸੀਂ ਨਹੀਂ ਜਾਵਾਂਗੇ ਤਾਂ ਉਸ ਦੇ ਨਾਲ ਇਹਨਾਂ ਚੀਜ਼ਾਂ ਦੇ ਵਿੱਚ ਵੀ ਫਰਕ ਪਏਗਾ। ਨਹੀਂ ਦੇਖੋ ਅਰਸ਼, ਇੱਕ ਗੱਲ ਤਾਂ ਵੈਸੇ ਵੀ ਰੀਅਲ ਏਸਟੇਟ ਹੈ ਜਿਹੜੀ ਉਹ ਸਾਰੀ ਦੁਨੀਆ ਦੇ ਵਿੱਚ ਸਭ ਤੋਂ ਵਾਈਬਰੈਂਟ ਬਿਜ਼ਨਸ ਹੈ ਔਰ ਆਪਣੇ ਪੰਜਾਬ ਦੇ ਵਿੱਚ ਤਾਂ ਪੰਜਾਬੀਆਂ ਨੂੰ ਹੋਰ ਕੁਝ ਸਮਝ ਆਪਾਂ ਨੂੰ ਘੱਟ ਆਵੇ ਵੱਧ ਆਵੇ, ਜ਼ਮੀਨ ਹਰ ਕਿਸੇ ਨੂੰ ਸਮਝ ਆਉਂਦੀ ਹੈ। ਚਾਹੇ ਕੋਈ ਪੰਸਾਰੀ ਹੈ, ਚਾਹੇ ਕੋਈ ਟੀਚਰ ਹੈ, ਹਰ ਬੰਦਾ ਇਹ ਕਹਿੰਦਾ ਵੀ ਮੈਂ ਜਿੰਨੀ ਆਪਦੀ ਉਹਦੀ ਇੱਛਾ ਹੈਗੀ, ਜਿੰਨੇ ਉਹਦੀ ਸ਼ਕਤੀ ਹੈਗੀ, ਉਹ ਜ਼ਮੀਨ ਦੇ ਵਿੱਚ ਇਨਵੈਸਟ ਕਰਦਾ। ਸੋ
ਰੀਅਲ ਐਸਟੇਟ ਹੈ ਜਿਹੜੀ ਉਹ ਪੰਜਾਬ ਦੇ ਲਈ ਇੱਕ ਟਰਨ ਅਰਾਊਂਡ ਕਰ ਸਕਦੀ ਹੈ। ਰੀਅਲ ਐਸਟੇਟ ਦੇ ਵਿੱਚੋਂ ਹੀ ਪੈਸਾ ਜਨਰੇਟ ਹੋਣਾ ਹੈ ਲੋਕਾਂ ਦੇ ਲਈ, ਮਾਰਕੀਟ ਦੇ ਲਈ। ਰੀਅਲ ਐਸਟੇਟ ਦੇ ਵਿੱਚੋਂ ਹੀ ਪੈਸਾ ਤੇ ਟੈਕਸਿਸ ਸਰਕਾਰ ਦੇ ਲਈ ਜਨਰੇਟ ਹੋਣੇ ਨੇ। ਔਰ ਸਭ ਤੋਂ ਵੱਡਾ ਕੰਟਰੀਬਿਊਟਰ ਜੌਬ ਜਨਰੇਸ਼ਨ ਦੇ ਲਈ, ਐਮਪਲੋਇਮੈਂਟ ਜਨਰੇਸ਼ਨ ਦੇ ਲਈ, ਨੌਕਰੀਆਂ ਦੇ ਲਈ ਉਹ ਸਭ ਤੋਂ ਵੱਡਾ ਰੀਅਲ ਐਸਟੇਟ ਬਣ ਸਕਦਾ ਹੈ। ਜਿਸ ਦਿਨ ਬੰਦੇ ਨੇ ਕੋਈ ਜ਼ਮੀਨ ਵੇਚੀ ਜਾਂ ਖਰੀਦੀ, ਉਸ ਦਿਨ ਸਰਕਾਰ ਨੂੰ ਸਟੈਂਪ ਡਿਊਟੀ ਆ ਗਈ। ਜਿਸ ਦਿਨ ਕੰਸਟਰਕਸ਼ਨ ਸ਼ੁਰੂ ਕਰ ਲਈ, ਉਸ ਦਿਨ ਉੱਥੇ ਲੇਬਰ ਲੱਗ ਗਈ, ਸਰੀਏ ਵਾਲਾ, ਸੀਮੈਂਟ ਵਾਲਾ। ਸੋ ਮੈਂ ਸਮਝਦਾ ਕਿ ਬੇਇੰਤਹਾ ਕੰਮ ਹੈ ਜਿਹੜਾ ਉਹ ਹੋ ਸਕਦਾ ਹੈ ਔਰ ਅੱਜ ਜ਼ਰੂਰਤ ਵੀ ਹੈ। ਸੋ ਇਸ ਕਰਕੇ ਅਸੀਂ ਇਹ ਸਾਰੇ ਸਿਸਟਮ ਨੂੰ, ਪ੍ਰੋਸੈਸ ਨੂੰ ਸੌਖਾ ਕਰਨ ਲੱਗੇ। ਔਰ ਇਹਦੇ ਨਾਲ ਮੈਂ ਇੱਕ ਹੋਰ ਚੀਜ਼ ਤੁਹਾਨੂੰ ਐਡ ਜਿਹੜੀ ਕਰਨੀ ਚਾਹੁੰਦਾ ਕਿ ਜਿਹੜੀ ਮੈਂ ਕਹਿ ਰਿਹਾ ਸੀ ਕਿ ਵੱਡੇ ਸ਼ਹਿਰਾਂ ਤੱਕ ਹੀ ਪੁੱਡਾ ਸੀਮਿਤ ਹੋ ਗਿਆ ਸੀਗਾ, ਹੁਣ ਅਸੀਂ ਛੋਟੇ ਸ਼ਹਿਰਾਂ ਦੇ ਵਿੱਚ ਵੀ ਵੱਡੇ ਪੱਧਰ ਦੇ ਉੱਪਰ ਕੋਲੋਨਾਈਜੇਸ਼ਨ, ਮੁਹਾਲੀ ਦੇ ਵਿੱਚ ਕੱਟ ਰਹੇ ਹਾਂ, 1700 ਏਕੜ ਦੀ ਲੁਧਿਆਣੇ ਦੇ ਵਿੱਚ ਕੱਟ ਰਹੇ ਹਾਂ, 200 ਕਰੀਬ ਦੇ ਏਕੜ ਦੀ ਬਠਿੰਡੇ ਦੇ ਵਿੱਚ ਕਰ ਰਹੇ ਹਾਂ, ਛੋਟੇ ਸ਼ਹਿਰਾਂ 'ਚ ਕਰ ਰਹੇ ਹਾਂ। ਸੋ ਕਾਫੀ ਕੰਮ ਹੈ ਜਿਹੜਾ ਉਹ ਸਾਡੇ ਮਹਿਕਮੇ ਨੇ ਸ਼ੁਰੂ ਕੀਤਾ ਹੋਇਆ। ਕਿਉਂਕਿ ਇਹਦੇ 'ਚ ਜਿਵੇਂ ਤੁਸੀਂ CLU ਦਾ ਜ਼ਿਕਰ ਕੀਤਾ, ਇਹ ਸ਼ਬਦ ਹੀ ਆਪਣੇ ਆਪ 'ਚ ਬੜਾ ਖੌਫ ਵਾਲਾ ਹੈ ਕਿ ਜਦੋਂ ਬੰਦਾ ਕਹਿੰਦਾ ਯਾਰ CLU, ਉਹਦੇ ਤੋਂ ਡਰ ਜਾਂਦੀਆਂ ਨੇ ਚੀਜ਼ਾਂ। ਸੋ ਗਵਰਨੈਂਸ ਰਿਫਾਰਮਸ ਦੇ ਨਾਲ ਮਤਲਬ ਜ਼ਰੂਰੀ ਹੈ ਉਸ ਨੂੰ। ਬਰਾੜ ਸਾਹਿਬ CLU ਦੇ ਨਾਂ ਤੋਂ ਨਾ ਤੁਸੀਂ ਪੰਜਾਬ 'ਚ ਕਿਸੇ ਨੂੰ ਕਹਿ ਦਿਓ ਥਰ ਕੰਬ ਜਾਂਦੇ ਸੀਗੇ, ਕਿਉਂਕਿ ਮੈਂ ਇਹੋ ਜਿਹੇ ਕੇਸ ਵੀ ਦੇਖੇ ਨੇ ਕਢਾ ਕੇ। ਜੇ ਆਟਾ ਚੱਕੀ ਦਾ ਵੀ CLU ਹੋਣਾ ਹੁੰਦਾ ਸੀ ਨਾ ਜੀ, ਤੇ ਮੰਤਰੀ ਆਪਦੇ ਤੱਕ ਫਾਈਲਾਂ ਮੰਗਵਾਉਂਦੇ ਸੀਗੇ। ਕਾਹਦੇ ਵਾਸਤੇ ਜੀ? ਸਿਰਫ ਔਰ ਸਿਰਫ ਲੋਕਾਂ ਦੀ ਖੱਜਲ ਖੁਆਰੀ। ਤੇ ਜੇ ਖੱਜਲ ਖੁਆਰੀ ਸਰਕਾਰ ਕਰੂਗੀ ਤੇ ਤਾਂ ਹੀ 4 ਪੈਸੇ ਬਣਨਗੇ, ਆਹ ਸੋਚ ਸੀਗੀ। ਸਾਡਾ ਇੱਕੋ ਹੀ ਹੈ ਕਿ ਲੋਕਾਂ ਨੂੰ ਸੌਖਾ ਕਰ ਦੋ। ਲੋਕਾਂ ਨੇ, ਔਰ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਇੰਨਾ ਕੁ ਪੋਟੈਂਸ਼ੀਅਲ ਹੈ ਕਿ ਕੱਲੀ ਰੀਅਲ ਐਸਟੇਟ ਹੀ ਪੰਜਾਬ ਨੂੰ ਮੁੜ ਦੁਆਰਾ ਲੀਹਾਂ ਤੇ ਚਾੜ ਸਕਦੀ ਹੈ। ਇਸੇ ਮਕਸਦ ਦੇ ਨਾਲ ਲੱਗਿਆ ਹੋਇਆ। ਔਰ ਹੁਣ ਤੁਸੀਂ ਇਹਦੀ ਇੱਕ ਐਗਜ਼ਾਮਪਲ ਦੇਖ ਲਓ। ਹਜੇ ਜਿਹੜੀ ਮੈਂ ਤੁਹਾਨੂੰ ਇਹ ਦੱਸੀ ਹੈ ਵੀ ਪਾਲਿਸੀ ਅਸੀਂ ਨੋਟੀਫਾਈ ਨਹੀਂ ਕੀਤੀ ਹੈਗੀ, ਕਿਉਂਕਿ CM ਸਾਹਿਬ ਤੋਂ ਹੁਣੇ ਪਿਛਲੇ ਦਿਨਾਂ 'ਚ ਅਪਰੂਵ ਹੋਈ ਹੈ। 2-4 ਦਿਨਾਂ 'ਚ ਨੋਟੀਫਾਈ ਹੋ ਜਾਊਗੀ। ਪਰ ਕਿਉਂਕਿ ਮੈਸੇਜ ਇੱਕ ਚਲਾ ਗਿਆ ਵੀ ਸਰਕਾਰ ਫੈਸਿਲਿਟੇਟ ਕਰਨਾ ਚਾਹੁੰਦੀ ਹੈ ਆਮ ਪਬਲਿਕ ਨੂੰ ਵੀ ਤੇ ਡਿਵੈਲਪਰਸ ਨੂੰ ਵੀ। ਹੁਣ ਅਸੀਂ ਗਮਾਡਾ ਦੀ ਇੱਕ ਆਕਸ਼ਨ ਰੱਖੀ ਸੀਗੀ ਉੱਥੇ ਜੀ, ਤੇ 46 ਪ੍ਰਾਪਰਟੀਆਂ ਸਾਡੀਆਂ 1580 ਕਰੋੜ ਉਹਨਾਂ ਦੀ ਰਿਜ਼ਰਵ ਵੈਲਿਊ ਸੀਗੀ, ਤੇ 1931 ਕਰੋੜ ਦੀਆਂ ਚਲੀਆਂ ਗਈਆਂ। ਯਾਨੀ ਕਿ 46 ਪ੍ਰਾਪਰਟੀਆਂ ਦੇ ਵਿੱਚੋਂ ਅਸੀਂ 350 ਕਰੋੜ ਹੈ ਜਿਹੜਾ ਉਹ ਸਾਡੇ ਗਮਾਡਾ ਨੇ ਵੱਧ ਵਟ ਲਿਆ। ਅੱਜ ਤੱਕ ਦੀ ਹਾਈਐਸਟ ਬਿਡ ਹੈ ਜਿਹੜੀ, ਹਾਈਐਸਟ ਆਕਸ਼ਨ ਹੈ ਜਿਹੜੀ ਉਹ ਦਰਜ ਹੋਈ ਹੈ। ਕਿਉਂਕਿ ਇੱਕ ਮਾਹੌਲ ਬਣਦਾ ਜਾ ਰਿਹਾ ਹੈ ਕਿ ਇਮਾਨਦਾਰ ਸਰਕਾਰ ਹੈ, ਕੰਮ ਕਰਨ ਵਾਲੀ ਸਰਕਾਰ ਹੈ, ਲੋਕਾਂ ਨੂੰ ਫੈਸਿਲਿਟੇਟ ਕਰਨ ਵਾਲੀ ਸਰਕਾਰ ਹੈ। ਸੋ ਇਨਵੈਸਟਰ ਆਉਂਦਾ। ਮੈਂ ਪਿਛਲੇ 1 ਸਾਲ ਦਾ ਜ਼ਿਕਰ ਕਰਾਂ, ਜਦੋਂ ਤੋਂ ਇਹ ਮਹਿਕਮੇ ਦੀ ਤੁਸੀਂ ਜ਼ਿੰਮੇਵਾਰੀ ਸੰਭਾਲੀ ਹੈ, ਜੇ ਸਿੱਧਾ ਰੈਵਨਿਊ ਦਾ ਪੁੱਛਿਆ ਤਾਂ ਕਿੰਨਾ ਕੁ ਰੈਵਨਿਊ ਤੁਸੀਂ ਇਨਕਰੀਜ਼ ਕਰ ਪਾਏ ਹੋ? ਨਹੀਂ, ਮੈਂ ਦੇਖੋ ਇਸ ਤਰ੍ਹਾਂ ਹੁੰਦਾ ਕਿ ਸਾਡਾ ਜਿਹੜਾ ਡਿਪਾਰਟਮੈਂਟ ਹੈ ਨਾ ਜੀ, ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਵੀ ਔਰ ਨਿਊ ਐਂਡ ਰੀਨਿਊਏਬਲ એનર્ਜੀ ਵੀ, ਸਾਡਾ ਡਾਇਰੈਕਟਲੀ ਬਜਟ ਦੇ ਨਾਲ ਕੋਈ ਲਿੰਕ ਨਹੀਂ ਹੈਗਾ। ਇੱਕ ਨਵੇਂ ਪੈਸੇ ਦੀ ਵੀ ਬਜਟ ਦੇ ਵਿੱਚੋਂ, ਸਟੇਟ ਦੇ ਬਜਟ ਦੇ ਵਿੱਚੋਂ ਉਹ ਸਾਨੂੰ ਸਪੋਰਟ ਨਹੀਂ ਹੈਗੀ। ਅਸੀਂ ਇੰਡੀਪੈਂਡੈਂਟ ਬੋਡੀ ਆ ਤੇ ਅਸੀਂ ਆਪਦਾ ਇੰਡੀਪੈਂਡੈਂਟਲੀ ਰੈਵਨਿਊ ਜਨਰੇਟ ਕਰਨਾ ਹੈ ਔਰ ਇੰਡੀਪੈਂਡੈਂਟਲੀ ਹੀ ਅਸੀਂ ਡਿਵੈਲਪਮੈਂਟ ਕਰਨੀ ਹੈ। ਹੁਣ ਜੇ ਮੈਂ ਰੈਵਨਿਊ ਜਨਰੇਸ਼ਨ ਦੀ ਵੀ ਜੇ ਆਪਾਂ ਉਵੇਂ ਗੱਲ ਕਰੀਏ ਤੇ ਮੈਂ ਤੁਹਾਨੂੰ ਦੱਸਦੀ ਵੀ ਇੱਕ ਆਕਸ਼ਨ ਹੈ ਜਿਹੜੀ ਸਾਡੀ, ਉਹ ਹੁਣ ਤੱਕ ਦੇ ਸਾਰੇ ਰਿਕਾਰਡ ਨੇ ਜਿਹੜੇ ਉਹਨੇ ਉਹ ਤੋੜ ਤੇ 350 ਕਰੋੜ ਰੁਪਇਆ ਸਾਨੂੰ ਰਿਜ਼ਰਵ ਪ੍ਰਾਈਸ ਨਾਲ ਵੱਧ ਵਟਿਆ ਗਿਆ। ਇੱਕ ਹੁਣ ਛੋਟੀ ਜਿਹੀ ਐਗਜ਼ਾਮਪਲ ਲੈ ਲਓ। ਪਿਛਲੇ ਸਮੇਂ ਦੇ ਵਿੱਚ ਅਕਤੂਬਰ ਨਵੰਬਰ ਦੇ ਵਿੱਚ ਲੁਧਿਆਣੇ ਦੀ ਸਾਡੀ ਇੱਕ ਪ੍ਰਾਪਰਟੀ ਹੈ ਤਕਰੀਬਨ 1.5-2 ਏਕੜ ਦੀ ਜੀ। ਉਹ ਹੁਣ ਤੱਕ ਉਹ ਪ੍ਰਾਪਰਟੀ ਦੇ ਉੱਪਰ ਕੋਈ ਮੇਲਾ ਲੱਗਣਾ ਹੈ, ਕੋਈ ਐਗਜ਼ੀਬਿਸ਼ਨ ਲੱਗਣੀ ਹੈ, ਜਾਂ ਜਦੋਂ ਤਿਉਹਾਰਾਂ ਦੇ, ਦੀਵਾਲੀ ਦੇ ਦਿਨ ਹੁੰਦੇ ਨੇ, ਉੱਥੇ ਰਾਮਲੀਲਾ 15 ਦਿਨ ਚੱਲਦੀ ਹੈ। ਹੁਣ ਤੱਕ ਬਰਾੜ ਸਾਹਿਬ ਤੁਸੀਂ ਯਕੀਨ ਕਰੋਗੇ ਕਿ ਪਿਛਲੇ ਸਾਲ ਤੱਕ ਯਾਨੀ ਕਿ 2021 ਤੱਕ ਉਹ ਪ੍ਰਾਪਰਟੀ ਦਾ ਮੈਕਸਿਮਮ ਕਿਰਾਇਆ ਜਿਹੜਾ ਉਹ ਰਾਮਲੀਲਾ ਵਾਲੇ ਦਿਨਾਂ ਦੇ ਵਿੱਚ ਦਿੰਦੇ ਸੀਗੇ ਤੇ ਉਹ 15,100 ਤੱਕ ਗਿਆ ਸੀਗਾ ਹੁਣ ਤੱਕ 70 ਸਾਲਾਂ ਦੇ ਵਿੱਚ। ਅਸੀਂ ਆਕਸ਼ਨ ਕੀਤੀ ਪਿਛਲੇ ਸਾਲ ਤੇ ਸਾਡਾ ਤੁਸੀਂ ਇਮੇਜਿਨ ਕਰੋ ਵੀ ਕਿੰਨਾ ਗਿਆ ਹੋਊਗਾ ਪਰ ਡੇ ਦਾ ਕਿਰਾਇਆ 4,71,000 ਰੁਪਇਆ। ਯਾਨੀ ਕਿ 15 ਦਿਨ ਉਹ ਜਗ੍ਹਾ ਸਿਰਫ ਕਿਰਾਏ ਤੇ ਦੇਣ ਦੇ ਨਾਲ ਅਸੀਂ ਉਹਦੇ ਵਿੱਚੋਂ 69 ਲੱਖ ਰੁਪਏ ਵੱਧ ਜਨਰੇਟ ਕਰ ਲਿਆ। ਸੋ ਐਡਾ ਇਸ ਲੈਵਲ ਦੀਆਂ ਕਰਪਸ਼ਨਾਂ ਨੇ ਜਿਹੜੀਆਂ, ਇਸ ਲੈਵਲ ਦੇ ਭ੍ਰਿਸ਼ਟਾਚਾਰ ਨੇ ਜਿਹੜੇ ਉਹ ਚੱਲਦੇ ਰਹੇ ਨੇ। ਇਹ ਤੁਹਾਨੂੰ ਮੈਂ 2 ਛੋਟੀ ਜਿਹੀ ਐਗਜ਼ਾਮਪਲਾਂ ਦਿੱਤੀਆਂ ਨੇ, ਹੋਰ ਬਾਕੀ ਤਾਂ ਕਿੰਨੀਆਂ ਨਿਰੀਆਂ ਚੀਜ਼ਾਂ ਇਹੋ ਜਿਹੀਆਂ ਨੇ ਜਿਨ੍ਹਾਂ ਦਾ ਪਤਾ ਹੀ ਨਹੀਂ ਲੱਗਦਾ ਹੈਗਾ, ਪਰ ਜਿੱਥੇ ਪਤਾ ਲੱਗ ਜਾਂਦਾ ਔਰ ਕਾਫੀ ਚੀਜ਼ਾਂ ਦਾ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਹੁਣ ਸਰਕਾਰ ਦੇ ਔਰ ਸਾਡੇ ਮਹਿਕਮੇ ਦੀ ਹਰ ਚੀਜ਼ ਗ੍ਰਿਪ ਦੇ ਵਿੱਚ ਹੈ। ਇਹੋ ਜਿਹੀ ਕੋਈ ਗੱਲ ਨਹੀਂ, ਕਿਉਂਕਿ ਲੋਕਾਂ ਨੂੰ ਅੰਦਾਜ਼ਾ ਹੋ ਗਿਆ ਕਿ ਜੇ ਅਸੀਂ ਆਪਦਾ ਸਹੀ ਮੁੱਦਾ ਮਸਲਾ ਲੈ ਕੇ ਜਾਵਾਂਗੇ ਤਾਂ ਉਹਦੇ ਹੱਲ ਹੋਊਗਾ।